जिंदाबाद जिंदाबाद वाले लोग मुर्दाबाद 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 रोटी खाने वाले लोग मुर्दाबाद मुर्दाबाद मुर्दाबाद। पर सानू ਉਹਦੇ ਤੇ ਕੋਈ ਯਕੀਨ ਨਹੀਂ ਕਿਉਂਕਿ ਉਹ ਸਾਡੀ ਜਿਹੜੀ ਬਾਹ ਨਹੀਂ ਫੜ ਰਿਹਾ। ਸਾਨੂੰ ਮਾਨਯੋਗ ਹਾਈ ਕੋਰਟ ਨੇ ਜੋ ਹੈ ਉਹ ਸਟੇ ਦਿੱਤੀ ਹੈ। ਇਹਨੂੰ ਪਤਾ ਲੱਗ ਗਿਆ ਵੀ ਸਟੇ ਆ ਗਈ ਤਾਂ ਇਹ ਸਾਡੇ ਵਿੱਚ ਆ ਗਿਆ, ਪਰ ਉਹਦੇ ਜੋ ਬੋਲਣ ਦੇ ਹੈ ਉਹ ਸਾਡਾ ਸਾਥੀ ਉਹਦੇ ਨਾਲ ਕੋਈ ਵੀ ਸਹਿਮਤ ਨਹੀਂ। ਉਹ ਜੋ ਸਾਡੇ ਤੇ ਇਲਜ਼ਾਮ मुर्दाबाद 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 शाही नहीं चलेगी नहीं चलेगी नहीं चलेगी। ਉਹਨੇ ਕਿਹਾ ਕਿ ਜਿਹੜੇ ਪ੍ਰੈਸ ਵਾਲੇ ਹੈ ਉਹ ਇਹਨਾਂ ਨੂੰ ਗੁੰਮਰਾਹ ਕਰ ਰਹੇ ਆ ਜਾਂ ਕੁਝ ਪ੍ਰੈਸ ਵਾਲੇ ਛਾਪ ਰਹੇ ਆ। ਇਹ ਨਹੀਂ, ਸਾਡੀ ਪ੍ਰੈਸ ਵਾਲੇ ਗੱਲ ਚੱਕ ਰਹੇ ਆ ਔਰ ਉਹਨੂੰ ਚੱਕਣ ਦੀ ਜਿਹੜੀ ਹੈ ਤਕਲੀਫ ਜਿਹਦੇ ਕਰਕੇ ਦੋਸ਼ ਲਾ ਰਿਹਾ। ਦੂਜਾ ਦੋਸ਼ ਲਾ ਰਹੇ ਹੋ मुर्दाबाद 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 रोटी खाने वाले लोग मुर्दाबाद। ਫਿਰ ਕਹਿੰਦਾ ਕੋਈ ਸ਼ਰਾਰਤੀ ਅੰਸਰ ਹੈ ਯੂਨੀਅਨ ਦੇ ਵਿੱਚ, ਤੇ ਭਾਈ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਸਾਈਡ ਨੂੰ ਹੋ ਜਾਂਦੇ ਆ। ਤੂੰ ਸਾਡੀ ਸੁਸਾਇਟੀ ਬਚਾ। ਇਹ ਸੁਸਾਇਟੀ ਬਚਾਉਣ ਲਈ मुर्दाबाद मुर्दाबाद मुर्दाबाद। ਜਿਹੜੇ ਉਹਨਾਂ ਨੇ ਦੋਸ਼ ਲਾਏ ਬਿਲਕੁਲ ਝੂਠੇ ਆ ਜੀ। ਜੇ ਉਹ ਸਾਬਤ ਕਰ ਸਕਣ, ਸਰਕਾਰ ਉਹਨਾਂ ਦੀ ਹੈ ਜੀ, ਪੁਲਿਸ ਉਹਨਾਂ ਦੀ ਹੈ। ਜੇ ਕੋਈ ਬੰਦਾ PSCL ਤੇ ਪੈਸੇ ਲੈਂਦਾ ਜੀ ਤਾਂ ਉਹ ਸਾਬਤ ਕਰਨ। ਸਾਬਤ ਕਿਆ ਕਰਨ? ਜੇ ਉਹ ਬੰਦੇ ਫੜੇ ਜਾਂਦੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗੇ। नहीं चलेगी नहीं चलेगी नहीं चलेगी नहीं चलेगी। ਸਾਨੂੰ ਨਹੀਂ ਲੱਗਦਾ ਵੀ ਉਹ ਕਰੂਗਾ ਜੀ। ਅਨੁਸ਼ਾਸਨ ਤਾਂ ਸਾਨੂੰ ਕੋਰਟ ਵੱਲੋਂ ਮਿਲਿਆ ਜੀ, ਜਿਹੜੀ ਸਾਨੂੰ ਸਟੇ ਮਿਲੀ ਹੋਈ। ਮੰਤਰੀ ਜੀ ਦਾ ਤਾਂ ਸਾਨੂੰ ਕੋਈ ਠੋਸ ਕਦਮ ਕੋਈ ਜਵਾਬ ਨਹੀਂ ਮਿਲਿਆ। होश में आओ होश में आओ। मुर्दाबाद मुर्दाबाद। ਅਸੀਂ ਉਹਨਾਂ ਨੂੰ ਇਹੀ ਦੋ ਚਾਰ ਸਵਾਲ ਪੁੱਛੇ, ਸਾਨੂੰ ਉਹਨਾਂ ਸਵਾਲਾਂ ਦਾ ਕੋਈ ਜਵਾਬ ਸਹੀ ਨਹੀਂ ਨਾ ਦਿੰਦੇ ਹੋਏ ਸਾਡੇ ਵਿਰੁੱਧ ਉਹਨਾਂ ਨੇ ਜੋ ਕੁਝ ਵੀ ਕਿਹਾ ਵੀ ਮੈਨੂੰ 5 ਬੰਦੇ ਆ। ਜੇ ਇੱਕ MLA ਸਾਹਿਬ ਉਹਨਾਂ ਨੂੰ 5 ਬੰਦੇ ਚਾਹੇ ਕੋਈ ਵੀ ਹੋਣ, ਸਾਰੇ ਬਰਾਬਰ ਹੋਣੇ ਚਾਹੀਦੇ। होश में आओ होश में आओ। ਪਹਿਲਾ ਕੇਸ ਪਿਆ ਵਾ ਸਾਡੇ ਧਰਮਵੀਰ ਜੋ ਸਾਡੇ ਵਕੀਲ ਜੀ ਆ, ਉਹਨਾਂ ਦਾ ਸਾਨੂੰ ਪੂਰਾ ਭਰੋਸਾ ਹੈ। ਸਾਨੂੰ ਰੱਬ ਵਰਗਾ ਮਾਤਾ ਰਾਣੀ ਦੇ ਮੋਹਰੇ ਵੀ ਹੱਥ ਕਰਕੇ ਸਾਨੂੰ ਜਵਾਬ ਦਿੱਤਾ ਵੀ ਮੈਂ ਤੁਹਾਡੀ ਸੁਸਾਇਟੀ ਭੰਗ ਨਹੀਂ ਹੋਣ ਦਊਂਗਾ। ਪਰ ਸਾਡੇ MLA ਸਾਹਿਬ ਇਹਨਾਂ ਨੇ ਸਾਨੂੰ ਇਹੀ ਕਿਹਾ, ਮੈਂ ਫੋਨ ਕੀਤਾ CM ਸਾਹਿਬ ਨੂੰ, ਮੈਂ ਫੋਨ ਕੀਤਾ CM ਸਾਹਿਬ ਨੂੰ, ਪਰ ਜੋ ਸਾਨੂੰ ਲੱਗਦਾ ਜੇ ਵਿਚਰਨਾ ਹੋਵੇ ਉਹ ਨਹੀਂ ਤਾਂ ਸਾਨੂੰ ਇਹ ਵੀ ਕਹਿ ਸਕਦੇ ਵੀ ਭਾਈ ਮੈਂ ਭਗਵੰਤ ਮਾਨ ਨਾਲ ਮੀਟਿੰਗ ਕਰ ਰਿਹਾ, ਤੁਸੀਂ ਏਦਾਂ ਕਰੋ ਵਕੀਲ ਵੀ ਕਰ ਲਓ। जिंदाबाद जिंदाबाद। ਉੱਚੀ ਆਵਾਜ਼ ਉਠਾਉਣਾ ਹਰ ਇੱਕ ਨੂੰ ਗਲਤ ਲੱਗਦੀ ਜੀ। ਜੋ ਮੀਡੀਆ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੀ ਆਵਾਜ਼ ਬੁਲੰਦ ਆਵਾਜ਼ ਕਰਿਆ ਕਰਦੇ। ਸਾਨੂੰ ਤੁਸੀਂ ਬਹੁਤ ਵਧੀਆ ਤੁਸੀਂ ਸਾਡਾ ਉਹ ਕੀਤਾ, ਸਾਡੇ ਵੱਲ ਤੇ ਤੁਸੀਂ ਉਹ ਪੱਖ ਰੱਖਿਆ। ਅਸੀਂ ਪਹਿਲਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ। ਪਰ ਜਿਹੜਾ ਉਹ ਬੋਲ ਰਹੇ ਉਹ ਗਲਤ ਬੋਲ ਰਹੇ। ਆਵਾਜ਼ ਉਠਾਉਣ ਦਾ ਹਰ ਇੱਕ ਨੂੰ ਲੋਕਤੰਤਰ ਹੈ, ਲੋਕਤੰਤਰ ਵਿੱਚ ਹਰ ਇੱਕ ਨੂੰ ਅਧਿਕਾਰ ਹੈ। होश में आओ होश में आओ। ਸਾਨੂੰ ਕੋਈ ਆਸ਼ਵਾਸਨ ਨਹੀਂ ਮਿਲਿਆ। ਇੱਕ ਵਾਰ ਵੀ ਉਹ ਕਹਿ ਦਿੰਦੇ ਕਿ ਆਪਾਂ ਤੁਹਾਡੇ ਨਾਲ ਹੈ। ਜਿਹੜੀ ਗੱਲ ਉਹਨਾਂ ਨੇ ਕੀਤੀ ਕਿ ਮੈਂ CM ਸਾਹਿਬ ਨਾਲ ਗੱਲ ਕੀਤੀ, ਉਹ ਦੂਜੇ ਨੰਬਰ ਦੇ ਅੱਜ ਮੰਤਰੀ ਹੈ, CM ਤੋਂ ਸਾਹਿਬ ਥੱਲੇ ਹੈ, ਉਹ ਕੀ ਨਹੀਂ ਕਰ ਸਕਦੇ। ਆਹ ਗੱਲਾਂ ਨਹੀਂ ਹੋਣੀਆਂ। ਤਾਂ ਇਦਾਂ ਤਾਂ ਅਸੀਂ ਵੀ ਕਈ ਵਾਰ ਕਹਿ ਦਿੱਤਾ ਕਿ ਮੁੱਖ ਮੰਤਰੀ ਸਾਹਿਬ ਸਾਡੀ ਸੁਸਾਇਟੀ ਬਚਾਓ। ਉਹਨਾਂ ਦਾ ਜੋ ਫਰਜ਼ ਬਣਦਾ ਉਹਨਾਂ ਨੇ ਨਹੀਂ ਕੀਤਾ। ਬਾਕੀ ਜੋ ਸਾਡੇ ਦੇ ਕੱਲ ਇਲਜ਼ਾਮਬਾਜ਼ੀ ਕਰਕੇ ਗਏ ਉਹਨਾਂ ਨੂੰ ਸਾਬਤ ਕਰਨ। जिंदाबाद जिंदाबाद। ਜਦੋਂ ਹਰਜਾਬ ਸਿੰਘ ਦੀ ਗੱਲ ਕਰਦੇ ਕਿ ਉਹ ਹਾਜੀਪੁਰਾ ਹਰਜਾਬ ਸਿੰਘ ਚੱਕਾ ਸੀ, ਉਹ 25 ਮਿੰਟ 'ਚ ਥਾਣੇ ਮੋਰੇ ਪਹੁੰਚ ਗਏ। ਸੋ ਅੱਜ ਉਹਨਾਂ ਕੋਲ ਟਾਈਮ ਨਹੀਂ ਸੀ, ਉਦੋਂ ਇਲੈਕਸ਼ਨ ਸੀ। होश में आओ होश में आओ। ਇੱਕ ਸਰਪੰਚ ਪਿੰਡ ਦਾ ਮੋਹਰੀਕਾਰ ਹੁੰਦਾ, ਉਹਦੇ ਬਿਨਾ ਪਿੰਡ ਵਿੱਚ ਕੋਈ ਬਾਹਰ ਦਾ ਬੰਦਾ ਨਹੀਂ ਮਰ ਸਕਦਾ। ਇਹ ਸਾਨੂੰ ਬਾਰ-ਬਾਰ ਲੈਟਰ ਆ ਰਹੇ। ਉਹਨਾਂ ਦੇ ਇੱਥੇ ਆਉਣ ਤੋਂ ਬਾਅਦ ਵੀ ਸਾਨੂੰ 50 ਐਕਟ ਦਾ ਲੈਟਰ ਆਇਆ। ਉਹ ਉਹਨਾਂ ਦੇ ਸਭ ਹੱਥ ਵਿੱਚ ਗੱਲ ਹੈ, ਉਹ ਕਿਉਂ ਨਹੀਂ ਕਰ ਸਕਦੇ। जिंदाबाद जिंदाबाद। नमस्कार, आप देख रहे हैं पंजाब टीवी प्राइम। नंगल ट्रक ऑपरेटर सोसाइटी के ऑपरेटर आज दीपावली के दिन भी अपनी मांगों को लेकर धरने पर बैठे रहे और काली दिवाली उनकी तरफ से मनाई गई। नंगल सोसाइटी को बंद करने के आदेशों के बाद आज ट्रक ऑपरेटरों ने सरकार के खिलाफ जमकर नारेबाजी भी की। ट्रक ऑपरेटरों ने बीते कल इलाका विधायक हरजोत बैंस की तरफ से सोसाइटी को बचाने के लिए किए गए दावे पर अपनी प्रतिक्रिया देते हुए कहा कि किसी भी ट्रक ऑपरेटर को उनकी बात पर कोई यकीन नहीं है, जिसके चलते हुए उन्होंने अपना संघर्ष लगातार जारी रखने की बात कही है और उन्होंने सरकार के फैसले के विरोध में मौजूदा सरकार और विधायक के खिलाफ अपना बिगुल बजा दिया है। बीते कल बड़ी बात देखने की यह रही कि धरना लगाने का विरोध करने वाले विधायक हरजोत बैंस खुद ऑपरेटरों के साथ धरने पर बैठ गए और ऑपरेटरों के साथ अपने ही मुख्यमंत्री के खिलाफ धरना लगाने की बात तक कह डाली थी।
परंतु फिर भी ट्रक ऑपरेटरों को उनकी बातों का यकीन नहीं हो रहा है। इसके साथ ही कल संबोधन करते हुए उनकी तरफ से सोसाइटी के कुछ लोग और मीडिया पर सवाल खड़े किए गए थे, तो उनके जवाब में ट्रक ऑपरेटर सोसाइटी के लोगों ने जमकर विधायक की इस बात का विरोध किया है। उन्होंने कहा कि विधायक उनके धरने में शामिल होकर उनके ही लोगों पर आरोप लगा रहे हैं, जो कि बिल्कुल गलत है। साथ ही उन्होंने कहा कि मीडिया के लोग उनकी आवाज को बुलंद करके उनकी मदद कर रहे हैं, तो विधायक को मीडिया के लोगों से भी परेशानी हो गई है। वही ट्रक ऑपरेटरों ने कहा कि जब कोर्ट की तरफ से उनको राहत मिल गई है, तो उसके बाद उनके विधायक उनके पास पहुंच गए हैं। उन्होंने कहा कि जब तक उनको लिखकर विधायक नहीं देते या इस आदेश को वापस नहीं करवाते, तब तक विश्वास करने की बात ही नहीं होती। आओ सुनते हैं इस अवसर पर ऑपरेटरों ने किस प्रकार दुखी मन से अपने दुख मीडिया को बताए। पंजाब टीवी प्राइम के लिए नंगल से राकेश राणा की रिपोर्ट। देखो, पहली गल तो हरजोत वैद जी ने ਅਸੀਂ ਕੋਈ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਸੁਸਾਇਟੀਆਂ ਭੰਗ ਕਰ ਰਹੇ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ, ਨਹੀਂ ਤੇ ਜਿਹੜਾ ਸਾਡਾ ਸੰਘਰਸ਼ ਹੈ ਇਦਾਂ ਹੀ ਚਾਲੂ ਰਹੂਗਾ ਜੀ। ਜਿਹੜੇ ਉਹਨਾਂ ਨੇ ਦੋਸ਼ ਲਾਏ ਬਿਲਕੁਲ ਝੂਠੇ ਆ ਜੀ। ਜੇ ਉਹ ਸਾਬਤ ਕਰ ਸਕਣ, ਸਰਕਾਰ ਉਹਨਾਂ ਦੀ ਹੈ ਜੀ, ਪੁਲਿਸ ਉਹਨਾਂ ਦੀ ਹੈ। ਜੇ ਕੋਈ ਬੰਦਾ PSCL ਤੇ ਪੈਸੇ ਲੈਂਦਾ ਜੀ ਤਾਂ ਉਹ ਸਾਬਤ ਕਰਨ। ਸਾਬਤ ਕਿਆ ਕਰਨ? ਜੇ ਉਹ ਬੰਦੇ ਫੜੇ ਜਾਂਦੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗੇ ਉਹਨਾਂ ਨੂੰ। ਬਲਕਿ ਤਾਂ ਮੈਂ ਇਹ ਗੱਲ ਕਹੂਗਾ ਵੀ ਜਿਹੜੇ ਬੰਦੇ PSCL ਤੇ ਜੇ ਪੈਸੇ ਲੈਂਦੇ ਆ ਤਾਂ ਉਹਨਾਂ ਨੂੰ ਫੜ ਕੇ ਸਟੇਜ ਤੇ ਖੜਾ ਕੀਤਾ ਜਾਵੇ। ਸਾਡੀ ਯੂਨੀਅਨ ਦੇ ਵਿੱਚ ਇਹ ਭਾਈ ਤੁਹਾਡੇ ਨਾਲ ਦੇ ਜਿਹੜੇ ਆ ਗਦਾਰ ਸਾਥੀ ਆ, ਬਿਲਕੁਲ ਇਹ ਗਲਤ ਗੱਲ ਹੈ। ਸਾਡਾ ਕੋਈ ਵੀ ਸਾਥੀ PSCL ਤੇ ਕੋਈ ਪੈਸਾ ਨਹੀਂ ਲੈਂਦਾ ਜੀ। ਬਾਕੀ ਮੰਤਰੀ ਜੀ ਨੂੰ ਅਸੀਂ ਇਹ ਬੇਨਤੀ ਜ਼ਰੂਰ ਕਰਦੇ ਆ ਕਿ ਛੇਤੀ ਤੋਂ ਛੇਤੀ ਜਿਹੜੀਆਂ ਸਾਡੀਆਂ ਸੁਸਾਇਟੀਆਂ ਨੂੰ ਬਹਾਲ ਕੀਤਾ ਜਾਵੇ, ਨਹੀਂ ਤਾਂ ਸਾਡਾ ਜਿਹੜਾ ਧਰਨਾ ਹੈ ਲਗਾਤਾਰ ਜਾਰੀ ਰਹੂਗਾ। ਸਾਡੇ ਸਾਥੀਆਂ ਨੇ ਇੱਕੋ ਹੀ ਟਾਰਗੇਟ ਆਪਣਾ ਤਿਆਰ ਕਰ ਲਿਆ ਵੀ ਜਦੋਂ ਤੱਕ ਸੁਸਾਇਟੀਆਂ ਬਹਾਲ ਨਹੀਂ ਹੁੰਦੀਆਂ, ਭਾਵੇਂ ਮਹੀਨਾ ਲੱਗ ਜਾਏ, 2 ਮਹੀਨੇ ਲੱਗ ਜਾਏ, ਭਾਵੇਂ ਸਾਨੂੰ ਕਿਸਾਨਾਂ ਵਾਂਗੂ ਸਾਲ 1.5 ਸਾਲ ਕਿਉਂ ਨਾ ਇੱਥੇ ਧਰਨੇ ਪਰ ਬੈਠਣਾ ਪਵੇ, ਅਸੀਂ ਜਿਹੜੀਆਂ ਸੁਸਾਇਟੀਆਂ ਬਹਾਲ ਕਰਾ ਕੇ ਰਹੂਗੇ। ਆਸ਼ਵਾਸਨ ਜਿਹੜਾ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਹੋਊਗਾ ਜੀ? ਦੇਖੋ ਜੀ, ਆਸ਼ਵਾਸਨ ਤਾਂ ਸਾਨੂੰ ਨਹੀਂ ਲੱਗਦਾ ਵੀ ਉਹ ਕਰੂਗਾ ਜੀ। ਅਨੁਸ਼ਾਸਨ ਤਾਂ ਸਾਨੂੰ ਕੋਰਟ ਵੱਲੋਂ ਮਿਲਿਆ ਜੀ, ਜਿਹੜੀ ਸਾਨੂੰ ਸਟੇ ਮਿਲੀ ਹੋਈ ਹੈ। ਮੰਤਰੀ ਜੀ ਦਾ ਤਾਂ ਸਾਨੂੰ ਕੋਈ ਠੋਸ ਕਦਮ ਕੋਈ ਜਵਾਬ ਨਹੀਂ ਮਿਲਿਆ ਜੀ। ਜਿਹੜਾ ਕੱਲ ਉਹਨਾਂ ਨੇ ਬੋਲਿਆ ਭਗਵੰਤ ਮਾਨ ਨਾਲ ਗੱਲ ਕੀਤੀ ਹੈ 6 ਮਹੀਨੇ ਦਾ ਸਮਾਂ ਸਾਨੂੰ ਦੇ ਦਿਓ, ਕਿੰਨਾ ਵਜਨ ਆ ਉਹਨਾਂ ਦੀ ਗੱਲ ਦੇ ਵਿੱਚ? ਕੁਛ ਠੋਸ ਗੱਲ ਦਾ ਨਤੀਜਾ ਨਹੀਂ ਜੀ ਹੈਗਾ ਵੀ ਉਹਨਾਂ ਨੇ ਮਾਨ ਸਾਹਿਬ ਨਾਲ ਕੋਈ ਗੱਲ ਕੀਤੀ ਹੈ ਜਾਂ ਨਾ ਕੀਤੀ ਹੈ ਜੀ। ਜਦ ਤੱਕ ਸਾਡੇ ਹੱਥ 'ਚ ਕੁਝ ਨਹੀਂ ਆਉਂਦਾ ਜੀ, ਲਿਖਤੀ ਰੂਪ ਨਹੀਂ ਆਉਂਦਾ, ਜਦ ਤੱਕ ਅਸੀਂ ਕੁਝ ਨਹੀਂ ਮੰਨੇ ਜਾ ਸਕਦੇ। ਜਦੋਂ ਲਿਖਤੀ ਰੂਪ ਤੁਹਾਨੂੰ ਆਸ਼ਵਾਸਨ ਮਿਲੇਗਾ ਤਾਂ ਤੁਸੀਂ ਯਕੀਨ ਕਰੋਗੇ? ਫਿਰ ਤਾਂ ਸਾਨੂੰ ਯਕੀਨ ਕਰਨਾ ਹੀ ਪੈਣਾ। ਜੇ ਸਾਨੂੰ ਅੱਜ ਵੀ ਲੈਟਰ ਲਿਆ ਦਿਓ, ਅਸੀਂ ਆਪਣਾ ਅੱਜ ਹੀ ਧਰਨੇ ਖਤਮ ਕਰ ਦੇਣੇ ਜੀ। ਸਾਨੂੰ ਬਹਾਲੀ ਦਾ ਲੈਟਰ ਲਿਆ ਕੇ ਦਿੱਤਾ ਜਾਵੇ ਜੀ। ਮੀਡੀਆ ਤੁਹਾਡੀ ਆਵਾਜ਼ ਚੁੱਕ ਰਿਹਾ ਹੈ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਹਰਜੋਤ ਬੈਂਸ ਨੇ ਬੋਲਿਆ ਕਿ ਉਹਨਾਂ ਦੇ ਖਿਲਾਫ ਖਬਰਾਂ ਲੱਗ ਰਹੀ ਹੈ ਜੀ। ਮੀਡੀਆ ਤਾਂ ਬਿਲਕੁਲ ਸੱਚ ਔਰ ਸਾਫ਼ ਤੇ ਇਨਸਾਫ ਦਵਾ ਰਿਹਾ ਜੀ। ਮੀਡੀਆ ਤਾਂ ਸਾਡਾ ਜਿਹੜਾ ਦੁੱਖ ਦਰਦ ਹੈ ਪੂਰਾ ਉੱਪਰ ਤੱਕ ਜ਼ਾਹਰ ਕਰ ਰਿਹਾ ਜੀ। ਮੀਡੀਆ ਬਿਲਕੁਲ ਸਾਫ਼ ਸੁਥਰੀ ਉੱਪਰ ਤੱਕ ਆਵਾਜ਼ ਪਹੁੰਚਾ ਰਿਹਾ ਜੀ। ਪਹਿਲਾਂ ਤਾਂ ਵੀਰ ਜੀ ਤੁਹਾਡੇ ਚੈਨਲ ਦਾ ਲੱਖ ਲੱਖ ਧੰਨਵਾਦ ਹੈ ਜਿਹੜੇ ਤੁਸੀਂ ਸਾਡੇ ਕੋਲ ਸਾਡੀ ਗੱਲ ਸੁਣਨ ਆਏ। ਬਾਕੀ ਜਿਹੜੀ ਇਹ ਦੀਵਾਲੀ ਇਸ ਤਰ੍ਹਾਂ ਖੁਸ਼ੀ ਨਾਲ ਨਹੀਂ ਮਨਾਈ ਜਾਂਦੀ, ਇਹ ਵਾਕਈ ਉਹਨਾਂ ਨੇ ਆਪਣਾ ਮਨ ਬਣਾਇਆ ਕਿ ਅਸੀਂ PSCL ਚੱਲਦੀ ਰਹਿਣ ਦੇਣੀ। ਸਾਨੂੰ ਕੋਈ ਆਸ਼ਵਾਸਨ ਨਹੀਂ ਮਿਲਿਆ। ਇੱਕ ਵਾਰ ਵੀ ਉਹ ਕਹਿ ਦਿੰਦੇ ਕਿ ਆਪਾਂ ਤੁਹਾਡੇ ਨਾਲ ਹੈ। ਜਿਹੜੀ ਗੱਲ ਉਹਨਾਂ ਨੇ ਕੀਤੀ ਕਿ ਮੈਂ CM ਸਾਹਿਬ ਨਾਲ ਗੱਲ ਕੀਤੀ, ਉਹ ਦੂਜੇ ਨੰਬਰ ਦੇ ਅੱਜ ਮੰਤਰੀ ਹੈ, CM ਤੋਂ ਸਾਹਿਬ ਥੱਲੇ ਹੈ, ਉਹ ਕੀ ਨਹੀਂ ਕਰ ਸਕਦੇ। ਆਹ ਗੱਲਾਂ ਨਹੀਂ ਹੋਣੀਆਂ। ਤਾਂ ਇੱਦਾਂ ਤਾਂ ਅਸੀਂ ਵੀ ਕਈ ਵਾਰ ਕਹਿ ਦਿੱਤਾ ਕਿ ਮੁੱਖ ਮੰਤਰੀ ਸਾਹਿਬ ਸਾਡੀ ਸੁਸਾਇਟੀ ਬਚਾਓ। ਉਹਨਾਂ ਦਾ ਜੋ ਫਰਜ਼ ਬਣਦਾ ਉਹਨਾਂ ਨੇ ਨਹੀਂ ਕੀਤਾ। ਬਾਕੀ ਜੋ ਸਾਡੇ ਦੇ ਕੱਲ ਇਲਜ਼ਾਮਬਾਜ਼ੀ ਕਰਕੇ ਗਏ ਉਹਨਾਂ ਨੂੰ ਸਾਬਤ ਕਰਨ। ਜਿਹੜੇ ਉਹ ਕਹਿੰਦੇ ਕਿ 4-5 ਸ਼ਰਾਰਤੀ ਅਨਸਰ ਹੈ, ਆਪਾਂ ਉਹਨਾਂ ਨੂੰ ਪਾਸੇ ਕਰ ਦੇਣਾ। ਗੱਲ ਤਾਂ ਇਸ ਵੇਲੇ ਸਾਡੀ ਰੋਜੀ ਰੋਟੀ ਦੀ, ਸਾਡੀ ਰੋਜੀ ਰੋਟੀ ਬਚਣੀ ਚਾਹੀਦੀ, ਸਾਡੀ ਸੁਸਾਇਟੀ ਬਚਣੀ ਚਾਹੀਦੀ। ਬਾਕੀ ਗੱਲਾਂ ਸਭ ਬਾਅਦ ਦੀਆਂ। ਤੁਹਾਨੂੰ ਲੱਗਦਾ ਹੈ ਕਿ ਆਸ਼ਵਾਸਨ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਟਰੱਕ ਆਪਰੇਟਰ ਹੈ ਉਹਨਾਂ ਦੇ ਮਨ ਸ਼ਾਂਤ ਹੋਏ ਜਾਂ ਪਹਿਲਾਂ ਵਾਂਗੂ ਹੀ ਉਹਨਾਂ ਦੇ ਮਨ ਵਿੱਚ ਹੈ ਕਿ ਕਿੰਤੂ ਪਰੰਤੂ ਚੱਲਦੀ ਹੈ? ਵੀਰ ਜੀ, ਜਦੋਂ ਸਾਨੂੰ ਕੋਈ ਆਸ਼ਵਾਸਨ ਨਹੀਂ ਮਿਲਿਆ, ਜਿਆਦਾ ਕੋਈ ਸਾਨੂੰ ਗੱਲ ਕਲੀਅਰ ਕਰਕੇ ਦੱਸਣ ਕਿ ਅਸੀਂ ਕਰਤੀ, ਜਿਆਦਾ ਕੱਲ ਲੈਟਰ ਲੈ ਕੇ ਆ ਜਾਂਦੇ। 6 ਦਿਨ ਹੋ ਗਏ ਸਾਡੇ ਧਰਨੇ ਲੱਗੇ, 6ਵੇਂ ਦਿਨ ਪਹੁੰਚੇ। ਉਹ ਜਦੋਂ ਹਰਜਾਬ ਸਿੰਘ ਦੀ ਗੱਲ ਕਰਦੇ ਕਿ ਉਹ ਹਾਜੀਪੁਰਾ ਹਰਜਾਬ ਸਿੰਘ ਚੱਕਾ ਸੀ, ਉਹ 25 ਮਿੰਟ 'ਚ ਥਾਣੇ ਮੋਰੇ ਪਹੁੰਚ ਗਏ। ਸੋ ਅੱਜ ਉਹਨਾਂ ਕੋਲ ਟਾਈਮ ਨਹੀਂ ਸੀ, ਉਦੋਂ ਇਲੈਕਸ਼ਨ ਸੀ। ਇਸ ਕਰਕੇ ਉਹਨਾਂ ਨੂੰ ਚਲੋ ਕੋਈ ਨਹੀਂ, ਆਪਾਂ ਉਸ ਗੱਲ ਪਰ ਨਹੀਂ ਜਾਂਦੇ। ਜਦੋਂ ਆਪਾਂ ਉਹਨਾਂ ਨੂੰ ਇੰਨਾ ਜ਼ੋਰ ਲਾ ਕੇ ਜਿਤਾ ਸਕਦੇ, ਜੇ ਉਹ ਕਹਿੰਦੇ ਕਿ ਅਸੀਂ PSCL ਦੀਆਂ ਗੱਡੀਆਂ ਅੱਜ ਤਿਆਰ ਹੈ ਚੱਲਣ ਵਾਸਤੇ, ਤਾਂ ਆਪਾਂ ਉਹ ਕੀ ਚੱਲਣ। ਜਦੋਂ ਆਪਾਂ ਸਿਰ ਧਰ ਦੀ ਬਾਜੀ ਲਾ ਕੇ ਉਹਨਾਂ ਨੂੰ ਜਿਤਾਇਆ, ਤਾਂ ਸਿਰ ਧਰ ਦੀ ਬਾਜੀ ਲਾਵਾਂਗੇ, ਫੈਕਟਰੀ ਦੇ ਗੇਟਾਂ ਮੂਹਰੇ ਲੰਮਾ ਪਵਾਂਗੇ। ਏਦਾਂ ਉਹਨਾਂ ਦੀਆਂ ਗੱਡੀਆਂ ਅਸੀਂ ਨਹੀਂ ਚੱਲਣ ਦਿੰਦੇ। ਕਿਆ ਜੇ ਤੁਹਾਡਾ ਵਿਧਾਇਕ, ਤੁਹਾਡਾ ਮੰਤਰੀ ਚਾਹੇ ਤਾਂ ਇਹ ਸੁਸਾਇਟੀ ਭੰਗ ਹੋਣ ਤੋਂ ਬਚਾਈ ਜਾ ਸਕਦੀ ਹੈ? ਬਿਲਕੁਲ। ਕਿਉਂ?
ਇੱਕ ਸਰਪੰਚ ਪਿੰਡ ਦਾ ਮੋਹਰੀ ਘਰ ਹੁੰਦਾ, ਉਹਦੇ ਬਿਨਾ ਪਿੰਡ ਵਿੱਚ ਕੋਈ ਬਾਹਰ ਦਾ ਬੰਦਾ ਨਹੀਂ ਬਣ ਸਕਦਾ। ਇਹ ਸਾਨੂੰ ਬਾਰ-ਬਾਰ ਲੈਟਰ ਆ ਰਹੇ, ਉਹਨਾਂ ਦੇ ਇੱਥੇ ਆਉਣ ਤੋਂ ਬਾਅਦ ਵੀ ਸਾਨੂੰ 50 ਐਕਟ ਦਾ ਲੈਟਰ ਆਇਆ। ਉਹ ਉਹਨਾਂ ਦੇ ਸਭ ਹੱਥ ਵਿੱਚ ਗੱਲ ਹੈ, ਉਹ ਕਿਉਂ ਨਹੀਂ ਕਰ ਸਕਦੇ? ਉਹ ਤਾਂ ਕਹਿੰਦੇ ਮੈਨੂੰ ਪਤਾ ਹੀ ਨਹੀਂ ਇਸ ਬਾਰੇ। ਜੇ ਉਹ ਕਹਿੰਦੇ ਪਤਾ ਨਹੀਂ ਤਾਂ ਉਸ ਵੇਲੇ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਮੈਂ ਸੀਐਮ ਸਾਹਿਬ ਨੂੰ ਕਹਿੰਦੇ ਕਿ ਜੇ ਤੁਸੀਂ ਮੇਰੇ ਹਲਕੇ ਦੀ ਸੋਸਾਇਟੀ ਭੰਗ ਕਰਨੀ, ਮੈਂ ਤੁਹਾਡੀ ਐਮਐਲਏ ਨੂੰ ਲੱਤ ਮਾਰੀ। ਕੀ ਕਰਨੇ ਉਹਦੇ? ਜੇ ਆਪਣੇ ਹਲਕੇ ਦਾ ਹਾਲ ਇਹ ਹੋਵੇ, ਉਹਦੇ ਕੀ ਕਰਨੇ? ਜੇ ਪ੍ਰਜਾ ਹੀ ਭੁੱਖੀ ਮਰਦੀ ਹੋਵੇ ਫਿਰ ਰਾਜੇ ਨੂੰ ਕੀ ਕਰੋਗੇ? ਕਿਵੇਂ ਜੀ? ਜੇ ਪ੍ਰਜਾ ਜਿੱਦਾਂ ਤੁਸੀਂ ਐ, ਤੁਸੀਂ ਭੁੱਖੇ ਮਾਰਨ ਦੀ ਕਗਾਰ ਤੇ ਆ ਗਏ ਤਾਂ ਤੁਹਾਡਾ ਰਾਜਾ, ਤੁਹਾਡਾ ਵਜ਼ੀਰ ਕੀ ਕਰੇਗਾ ਜੀ? ਗੱਲ ਅਸੀਂ ਇਹ ਕਰਦੇ ਜੇ ਪ੍ਰਜਾ ਭੁੱਖੀ, ਪ੍ਰਜਾ ਮਰ ਗਈ ਤਾਂ ਰਾਜਾ ਕਾਹਦਾ ਹੈ? ਕਿਹਦੇ ਪਰ ਰਾਜ ਕਰੂਗਾ ਉਹ? ਸੋ ਇਸ ਕਰਕੇ ਆਪਣੀ ਹੱਥ ਜੋੜ ਕੇ ਸਾਡੀ ਤਾਂ ਐਮਐਲਏ ਸਾਹਿਬ ਨੂੰ ਬੇਨਤੀ ਹੈ ਕਿ ਤੁਹਾਡੇ ਸਭ ਹੱਥ ਵੱਸ ਦੀ ਗੱਲ ਹੈ, ਤੁਹਾਡੇ ਇਸ਼ਾਰੇ ਨਾਲ। ਕਿਉਂਕਿ ਜਿਸ ਦਿਨ ਅਸੀਂ ਰਜਿਸਟਰ ਕੋਲ ਚੰਡੀਗੜ੍ਹ ਗਏ, ਉਹਨਾਂ ਨੇ ਇਹੀ ਗੱਲ ਪੁੱਛੀ ਤੁਹਾਡਾ ਐਮਐਲਏ ਕੌਣ ਹੈ। ਜਦੋਂ ਅਸੀਂ ਦੱਸਿਆ ਕਿ ਸਾਡੇ ਐਮਐਲਏ ਹਰਜੋਤ ਸਿੰਘ ਬੈਸ ਹੈ, ਉਹ ਕਹਿੰਦੇ ਉਹਨਾਂ ਦੇ ਇੱਕ ਫੋਨ ਨਾਲ ਇਹ ਗੱਲ ਬੰਦ ਹੋ ਸਕਦੀ ਇੱਥੇ। ਕਿਉਂਕਿ 2021 ਵਿੱਚ ਵੀ ਸਾਡੇ ਤੇ ਭਾਰੀ ਪਈ ਹੈ, ਉਦੋਂ ਕੇਪੀ ਰਾਣਾ ਜੀ ਭਾਵੇਂ ਸਾਡਾ ਉਹਨਾਂ ਨੇ ਵੀ ਸਾਡਾ ਠੀਕ ਨਹੀਂ ਕੀਤਾ, ਪਰ ਉਹਨਾਂ ਨੇ ਫੋਨ ਕੀਤਾ, ਸਾਡਾ ਉਸੇ ਟਾਈਮ ਸਟੱਡੀ ਦਾ ਕੰਮ ਰੁਕ ਗਿਆ, ਸਾਡੀ ਸਟੱਡੀ ਬਿਲਕੁਲ ਬਾਹਰ ਰਹੀ। ਮੀਡੀਆ ਤੁਹਾਡੀ ਆਵਾਜ਼ ਚੁੱਕ ਰਿਹਾ ਜੀ, ਉਸ ਨੂੰ ਵੀ ਹਰਜੋਤ ਬੈਂਸ ਕਹਿ ਰਹੀ ਹੈ ਜੀ ਗਲਤ ਆਵਾਜ਼ ਚੁੱਕੀ ਜਾ ਰਹੀ ਹੈ। ਜਿਹੜਾ ਬੰਦਾ ਸੱਚਾ ਇਨਸਾਨ ਹੈ ਉਹਦਾ ਆਵਾਜ਼ ਉਠਾਊਗਾ। ਤੁਸੀਂ ਤਾਂ ਮੀਡੀਆ ਦਾ ਕੰਮ ਕਰਦੇ, ਤੁਹਾਡਾ ਫਰਜ਼ ਬਣਦਾ ਕਿ ਸੱਚੀ ਆਵਾਜ਼ ਨੂੰ ਉਠਾਈਏ। ਉਹ ਭਾਵੇਂ ਲੀਡਰ ਦਾ ਐਵੇਂ ਕਹਿੰਦੇ ਹੀ ਹੈ। ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਹਾਡੇ ਚੈਨਲ ਦਾ ਲੱਖ ਲੱਖ ਧੰਨਵਾਦ ਹੈ। ਇਸ ਆਵਾਜ਼ ਨੂੰ ਤੁਸੀਂ ਸਿਰੇ ਤੱਕ, ਦਿੱਲੀ ਤੱਕ ਲੈ ਕੇ ਜਾਓ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੇਖੋ ਜੀ, ਪਹਿਲਾਂ ਤਾਂ ਸਾਡੀ ਸੁਸਾਇਟੀ ਬਾਰੇ ਅੱਜ ਤੱਕ ਕਿਸੇ ਨੇ, ਕਿਸੇ ਮੰਤਰੀ ਨੇ, ਕਿਸੇ ਨੇ ਚੰਗੇ ਪਦਵੰਤੇ ਨੇ ਕੋਈ ਸਟੈਪ ਨਹੀਂ ਚੱਕਿਆ ਹਾਲੇ ਤੱਕ ਵੀ। ਸਾਨੂੰ ਲੋਲੀਪੌਪ, ਗੋਲੀਆਂ ਮਿੱਠੀਆਂ ਦੇ ਕੇ ਹਰ ਕੋਈ ਨਿਕਲ ਜਾਂਦਾ। ਜਦੋਂ ਹੁਣ ਸਾਡੀ ਗੱਲ ਆਉਂਦੀ ਹੈ ਸਾਡੇ ਰੁਜ਼ਗਾਰ ਤੇ, ਸਾਡੀ ਰੋਜ਼ੀ ਰੋਟੀ ਤੇ, ਅਸੀਂ ਦੇਖੋ ਬਹੁਤ ਪਰੇਸ਼ਾਨ ਹੈ। ਸਾਡਾ ਟਰਾਂਸਪੋਰਟ ਮਹਿਕਮਾ, ਜਿੱਥੇ ਮਰਜ਼ੀ ਚਲੇ ਜਾਓ ਤੁਸੀਂ, ਜਿੱਧਰ ਮਰਜ਼ੀ ਚਲੇ ਜਾਓ ਇੰਡੀਆ ਦੇ ਵਿੱਚ ਬੁਰਾ ਹਾਲ ਹੈ ਸਾਰੇ ਪਾਸੇ। ਲੇਕਿਨ ਸਾਡਾ ਇੰਨਾ ਜ਼ਿਆਦਾ ਜਿਹੜਾ ਇਲਾਕਾ ਹੈ ਪਿਛੜ ਚੁੱਕਿਆ। ਸਿਰਫ ਇੱਕ ਰੋਪੜ ਜ਼ਿਲ੍ਹਾ, ਨੰਗਲ, ਅਨੰਦਪੁਰ ਸਾਹਿਬ, ਇਸ ਇਲਾਕੇ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ। ਮਾਈਨਿੰਗ ਵੱਲ ਚਲੇ ਜਾਓ ਤੁਸੀਂ, ਪਿੰਡਾਂ ਵਾਲਿਆਂ ਦਾ ਹਾਲ ਦੇਖੋ ਜਾ ਕੇ, ਇੰਨਾ ਬੁਰਾ ਹਾਲ ਹੈ ਕਿ ਉਹ ਆਪਣੀ ਹਾਲਤ ਰੋਏ ਬਿਨਾਂ ਦੱਸ ਨਹੀਂ ਸਕਦੇ। ਠੀਕ ਹੈ ਜੀ। ਰਹਿ ਗਈ ਮੰਤਰੀ ਜੀ ਦੀ ਗੱਲ, ਹਰ ਕੋਈ ਆਂਦਾ ਇੱਥੇ ਮਿੱਠੀਆਂ ਗੋਲੀਆਂ ਪਾ ਕੇ ਚਲਾ ਜਾਂਦਾ। ਸਾਨੂੰ ਕੋਈ ਆਸ਼ਵਾਸਨ ਨਹੀਂ ਹੈ ਮੰਤਰੀ ਜੀ ਵੱਲੋਂ, ਸਾਨੂੰ ਕੋਈ ਚੀਜ਼ ਤੇ ਕੋਈ ਵਿਸ਼ਵਾਸ ਨਹੀਂ ਹੈ ਇਹਨਾਂ ਤੇ। ਕਿਉਂਕਿ ਇੰਨੇ ਮਹੀਨੇ ਹੋ ਗਏ, ਹਲੇ ਤੱਕ ਤਾਂ ਇਹਨਾਂ ਨੇ ਕੁਝ ਕੀਤਾ ਨਹੀਂ ਸਾਡੀ ਯੂਨੀਅਨ ਵਾਸਤੇ। ਤਾਂ ਸਾਨੂੰ ਇਹ ਸਟੈਪ ਹਾਰ ਕੇ ਚੱਕਣਾ ਹੀ ਪੈਣਾ। ਆਪਾਂ ਚਾਹੇ ਸਾਨੂੰ ਸਾਲ ਲੱਗ ਜੇ, 2 ਸਾਲ ਲੱਗ ਜਾਣ, ਆਪਾਂ ਸੜਕ ਤੇ ਬੈਠਾਂਗੇ, ਇਹਨਾਂ ਦੇ ਗੇਟਾਂ ਦੇ ਮੂਹਰੇ ਬੈਠਾਂਗੇ, ਦਰੀਆਂ ਤੇ ਬੈਠਾਂਗੇ, ਆਪਾਂ ਆਪਣਾ ਹੱਕ ਲੈ ਕੇ ਦਿਖਾਵਾਂਗੇ ਇਹਨਾਂ ਨੂੰ। ਰਾਜੀ, ਤੁਸੀਂ ਮੰਨਦੇ ਹੋ ਜੇ ਤੁਹਾਡਾ ਵਿਧਾਇਕ ਤੁਹਾਡੀ ਬਾਂਹ ਫੜਦਾ ਤਾਂ ਸ਼ਾਇਦ ਤੁਹਾਨੂੰ ਕੋਰਟ ਦੇ ਵਿੱਚ ਲੱਖਾਂ ਰੁਪਏ ਦੇ ਵਕੀਲ ਨਹੀਂ ਕਰਨੇ ਪੈਣੇ ਸੀ? ਬਿਲਕੁਲ ਜੀ, ਬਿਲਕੁਲ। ਜੇ ਸਾਡੇ ਨਾਲ ਹੋ ਕੇ ਚੱਲਦੇ ਤਾਂ ਅਸੀਂ ਇੱਧਰ ਵੱਲ ਨੂੰ ਸੋਚਣਾ ਵੀ ਨਹੀਂ ਸੀਗਾ। ਸਾਡੀ ਕੋਈ ਸੋਚ ਹੀ ਨਹੀਂ ਹੈ। ਅਸੀਂ ਕੰਮ ਕਰੀਏ ਕਿ ਅਸੀਂ ਕੋਰਟਾਂ ਕਚਹਿਰੀਆਂ ਦੇ ਚੱਕਰ ਕੱਟੀਏ? ਪਹਿਲਾਂ ਤਾਂ ਇਹ ਚੀਜ਼ ਦਾ ਜਵਾਬ ਦੇਣੇ। ਗੱਲ ਕੀ ਹੈ? ਗੱਲ ਕੁਛ ਵੀ ਨਹੀਂ ਹੈ। ਇਹਨਾਂ ਨੇ ਜਦੋਂ ਵੋਟਾਂ ਲੈਣੀਆਂ ਸੀਗੀਆਂ ਇਸੇ ਜਗ੍ਹਾ ਤੇ ਆ ਕੇ ਇੰਨਾ ਕੁਝ ਕਹਿ ਕੇ ਗਏ, ਲੇਕਿਨ ਅੱਜ ਤੱਕ ਇਹਨਾਂ ਨੇ ਧੰਨਵਾਦ ਵੀ ਨਹੀਂ ਕੀਤਾ ਯੂਨੀਅਨ ਦਾ। ਆ ਕੇ ਇੱਕ ਵਾਰ ਵੀ ਧੰਨਵਾਦ ਨਹੀਂ ਕੀਤਾ। ਹੁਣ ਕੱਲ ਆਏ ਆ, ਜਦੋਂ ਅਸੀਂ ਦਰੀਆਂ ਤੇ 6ਵਾਂ ਦਿਨ ਹੋ ਗਿਆ ਤਾਂ ਆਏ ਆ। ਇਹਨਾਂ ਨੂੰ ਪਤਾ ਲੱਗਿਆ ਵੀ ਇਹ ਕੁਝ ਕਰਨ ਲੱਗੇ ਆ। ਅਸੀਂ ਆਪਣੀ ਰੋਟੀ ਵਾਸਤੇ ਆਪਾਂ ਲੜਾਈ ਲੜਨੀ ਹੈ, ਉਹ ਸਾਨੂੰ ਕੋਈ ਰੋਕ ਨਹੀਂ ਸਕਦਾ। ਅੱਜ ਦੀਵਾਲੀ ਲੋਕ ਘਰਾਂ 'ਚ ਮਨਾਉਂਦੇ, ਤੁਸੀਂ ਇੱਥੇ ਬੈਠ ਕੇ ਆ ਤੁਹਾਡੇ ਸਾਹਮਣੇ ਹੈ ਜੀ ਦੀਵਾਲੀ ਸਾਡੀ। ਆ ਦੇਖ ਲਓ ਤੁਸੀਂ, ਦੁਨੀਆ ਦੇ ਘਰਾਂ 'ਚ ਦੀਵੇ ਜਲਨੇ, ਲੋਕਾਂ ਨੇ ਮਠਿਆਈਆਂ ਲੈ ਕੇ ਜਾਣੀਆਂ। ਅਸੀਂ ਕਾਹਦੀਆਂ ਮਠਿਆਈਆਂ ਲੈ ਕੇ ਜਾਈਏ? ਸਾਨੂੰ ਸਮਝਾਓ ਨਾ। ਸਾਡਾ TDS ਇੱਕ ਦੀਵਾਲੀ ਦੇ ਉੱਤੇ ਇੱਕ ਐਸਾ ਗਿਫਟ ਹੁੰਦਾ ਟਰਾਂਸਪੋਰਟਰ ਲਈ ਕਿ ਉਹ ਸਾਨੂੰ ਕਿਸੇ ਹੋਰ ਨੇ ਕੁਝ ਨਹੀਂ ਦੇਣਾ। ਅਸੀਂ ਜਦੋਂ ਕਿਤੇ ਗੱਡੀ ਖਾਲੀ ਕਰਦੇ ਆ ਤਾਂ ਡਾਲੇ ਵਾਲਾ ਕਹਿੰਦਾ, ਡਾਲਾ ਲੈਂਦੇ ਆ ਲੇਬਰ ਵਾਲੇ, ਕਹਿੰਦੇ ਦੀਵਾਲੀ ਦਿਓ। ਅਸੀਂ ਦੇ ਦਿੰਦੇ ਖੁਸ਼ ਹੋ ਕੇ 150 ਜੋ ਵੀ ਹੈ। ਲੇਕਿਨ ਸਾਨੂੰ ਕਿਹਨੇ ਦੀਵਾਲੀ ਦੇਣੀ? ਅਸੀਂ ਜਿਹੜਾ ਟਰਾਂਸਪੋਰਟ ਮਹਿਕਮਾ ਹੈ, ਹਰ ਇੱਕ ਆਮ ਔਰ ਖਾਸ ਬੰਦੇ ਦਾ ਪੇਟ ਭਰ ਰਿਹਾ। ਨਹੀਂ ਭਰ ਰਿਹਾ ਤਾਂ ਕੋਈ ਕਹਿ ਦੇਵੇ ਆ ਕੇ। ਮੰਤਰੀ ਸਾਹਿਬ ਨੇ ਬੋਲਿਆ ਕਿ ਪੇਮੈਂਟ ਰਿਲੀਜ਼ ਹੋ ਗਈਆਂ ਜੀ ਤੁਹਾਡੀਆਂ। ਇਹ ਦੇਖੋ ਜੀ, ਗੱਲਾਂ ਹੀ ਹੈ। ਮੈਨੂੰ ਕੋਈ ਬੰਦਾ ਇੱਥੇ ਕਹਿ ਦੇਵੇ ਆ ਕੇ ਵੀ ਸਾਡੇ ਪੈਸੇ ਪੈ ਗਏ ਆ, ਸਾਡੇ ਪੈਸੇ ਨਹੀਂ ਪਏ ਜੀ। ਮੇਰੇ ਕੋਲ ਇੱਕੋ ਹੀ ਗੱਡੀ ਹੈ ਜੀ, ਨਾ ਕੋਈ ਪੈਸਾ ਪਿਆ, ਨਾ ਸਾਨੂੰ ਕੋਈ ਮੈਸੇਜ ਮਿਲਿਆ ਵੀ ਤੁਹਾਡੇ ਇੰਨੀ ਤਰੀਕ ਨੂੰ ਪੈਸੇ ਪੈਣ। ਲਿਆ ਗਿਆ ਜੀ, ਕੀ ਕਹਿਣਾ ਚਾਹੋਗੇ? ਸਾਡਾ ਧਰਨੇ ਦਾ ਅੱਜ 5ਵਾਂ ਦਿਨ ਹੈ ਜੀ। 5ਵੇਂ ਦਿਨ ਦੇ ਵਿਚਕਾਰ ਸਾਡੇ ਵਿਚਕਾਰ ਕੱਲ ਜੀ ਮੈਨੂੰ ਉਹਨਾਂ ਦੇ ਕਰਿੰਦਿਆਂ ਦਾ ਫੋਨ ਆਇਆ, ਜਿਹਦੇ ਨਾਲ ਉਹਨਾਂ ਦੇ ਘੁੰਮਦੇ ਸਾਡੇ MLA ਸਾਹਿਬ ਦੇ
ਰੋਹਿਤ ਕਾਲੀਆ ਜੀ ਦਾ ਵੀ ਸਾਡੇ ਵਿਚਕਾਰ ਸਾਡੇ ਐਮਐਲਏ ਪਹੁੰਚ ਰਹੇ ਆ। ਅਸੀਂ ਸੋਚਿਆ ਵੀ ਚਲੋ ਬਹੁਤ ਵਧੀਆ, ਧੰਨਵਾਦ ਜੀ ਆਇਆਂ ਨੂੰ। ਸੋ ਇਹ ਆਉਣ ਦੇ ਜਦ ਇਸ ਟਾਈਮ ਤੇ ਆ ਕੇ ਸਾਡੇ ਕੋਲ ਪਹੁੰਚੇ, ਪਹਿਲਾਂ ਤਾਂ ਸਾਡਾ ਜਿਹੜਾ ਰੋਸ ਸਾਡਾ ਥਾ, ਅਸੀਂ ਉਹਨਾਂ ਨੂੰ ਵੀ ਉਹ ਗੱਲ ਜ਼ਾਹਰ ਕਰਨੀ ਸੀ। ਅਸੀਂ ਉਹਨਾਂ ਨੂੰ ਇਹੀ 2-4 ਸਵਾਲ ਪੁੱਛੇ, ਸਾਨੂੰ ਉਹਨਾਂ ਨੇ ਸਵਾਲਾਂ ਦਾ ਕੋਈ ਜਵਾਬ ਸਹੀ ਨਹੀਂ ਨਾ ਦਿੰਦੇ ਹੋਏ ਸਾਡੇ ਵਿਰੁੱਧ ਉਹਨਾਂ ਨੇ ਜੋ ਕੁਝ ਵੀ ਕਿਹਾ ਵੀ ਮੈਨੂੰ 5 ਬੰਦੇ ਆ। ਜੇ ਇੱਕ ਐਮਐਲਏ ਸਾਹਿਬ ਉਹਨਾਂ ਨੂੰ 5 ਬੰਦੇ ਚਾਹੇ ਕੋਈ ਵੀ ਹੋਣ, ਸਾਰੇ ਬਰਾਬਰ ਹੋਣੇ ਚਾਹੀਦੇ। ਅਸੀਂ ਇਹ ਨਹੀਂ ਕਹਿੰਦੇ ਵੀ ਕੋਈ 5 ਬੰਦਿਆਂ ਨੇ ਕਿਆ ਕਸੂਰ ਕੀਤਾ। ਜੇ ਬਲਬੀਰ ਸਿੰਘ ਬੋਲਿਆ ਉਹ ਇੱਕ ਆਪਣੀ ਰੋਜੀ ਰੋਟੀ ਵਾਸਤੇ ਸਾਰਿਆਂ ਵਾਸਤੇ ਬੋਲਿਆ, ਉਹਦੇ ਇਕੱਲੇ ਦਾ ਕੋਈ ਰੋਜੀ ਰੋਟੀ ਨਹੀਂ ਹੈ। ਸਾਡੀ ਸ਼ੁਰੂ ਤੋਂ ਜਿਸ ਤਰ੍ਹਾਂ ਦੇ ਰਾਣਾ ਜੀ ਦੇ ਟਾਈਮ ਵੀ ਤੁਹਾਡੇ ਰਾਹੀਂ ਅਸੀਂ ਮੰਗ ਕਰਦੇ ਤੇ ਜੋ ਕੁਝ ਵੀ ਤੇ ਗੱਲ ਅਸੀਂ ਪਹੁੰਚਾਉਂਦੇ ਤੇ ਉਹ ਤੁਸੀਂ ਵੀ ਪਹੁੰਚਾਈ, ਤੁਹਾਡਾ ਧੰਨਵਾਦ। ਪਰ ਜਿਹੜੀਆਂ ਅਸੀਂ ਗੱਲਾਂ ਜਦ ਵੀ ਪਹੁੰਚਾਈਆਂ, ਸਾਡੀ ਰੋਜੀ ਰੋਟੀ ਜਦ ਵੀ ਬਚੀ ਹੈ। ਜਿਸ ਟਾਈਮ ਤੇ ਸਾਡੇ ਨਾਲ ਜੇ ਹਰਜਾਬ ਦਾ ਤੁਹਾਡੇ ਸਾਹਮਣੇ ਕੇਸ ਹੋਇਆ, ਸਾਡੇ ਨਾਲ ਉੱਦਾਂ ਖੜੇ ਆ, ਦੇਖੋ ਆ ਕੇ 20 ਮਿੰਟ ਸਾਨੂੰ ਨਹੀਂ ਕਿਹਾ, 25 ਮਿੰਟ 'ਚ ਵੀਡੀਓ ਪਾਈ ਵੀ ਮੈਂ ਪਹੁੰਚ ਰਿਹਾ, ਔਰ ਪਹੁੰਚੇ ਵੀ ਆ। ਪਹੁੰਚਣ ਦੇ ਉਪਰੰਤ ਜੇ ਹੁਣ ਸਾਡੇ ਨਾਲ ਉਹ ਏਦਾਂ ਕਰ ਰਹੇ, ਸਾਨੂੰ ਬੜਾ ਖੇਦ ਲੱਗ ਰਿਹਾ ਜਿਹੜੀਆਂ ਗੱਲਾਂ ਦਾ ਉਹਨਾਂ ਦੇ ਜੋ ਪ੍ਰਤੀ ਸਾਡੇ ਵਿਰੁੱਧ ਬੋਲੇ ਵੀ 75 ਮਿਸ ਕਾਲਾਂ ਹੋ ਗਈਆਂ, ਮੈਂ ਕੋਠੀ ਥੋੜੀ ਹੈ। ਸੋ ਜੇ ਸਾਡੇ ਨਾਲ ਕੋਈ ਮਿਲੇ ਸਾਡਾ ਐਮਐਲਏ, ਧੰਨਵਾਦ। ਜੇ ਅਸੀਂ ਦੁੱਖ ਵੇਲੇ ਜਾਣਾ, ਸੁੱਖ ਵੇਲੇ ਕੋਈ ਉਹ ਨਹੀਂ ਕਰਦਾ। ਜੇ ਸਾਡਾ ਹੋਊਗਾ, ਸਾਡਾ ਮਾਣ ਹੈ। ਤੁਹਾਨੂੰ ਇਹ ਵੀ ਪਤਾ ਅਸੀਂ ਬਰਾਰੀ ਦਾ ਪੁਲ ਵੀ ਬਣਾਇਆ, ਸਾਡੀ ਸੁਸਾਇਟੀ ਨੇ ਬਣਾਇਆ, ਅਸੀਂ ਮੋਹਰੇ ਹੋ ਕੇ ਖੁਦ ਬੰਦੇ ਲੱਗੇ ਹੋਏ ਤੇ ਸਾਡਾ ਇੱਕ ਵਾਰ ਵੀ ਆ ਕੇ ਧੰਨਵਾਦ ਨਹੀਂ ਸਾਡੇ ਐਮਐਲਏ ਸਾਹਿਬ ਤੋਂ ਕਿਹਾ ਵੀ ਅਸੀਂ ਤੁਹਾਡੀ ਆਹ ਬਹਾਲ ਕਰਤੀ, ਆਪਣਾ ਜੋ ਆਪਣਾ ਟ੍ਰੈਫਿਕ ਹੈ ਸਾਰਾ ਕੁਝ ਅਸੀਂ ਉਧਰੋਂ ਲੰਘਾਈ। ਪਰ ਮੇਨ ਸਾਡਾ ਮੁੱਦਾ ਹੁਣ ਦਾ ਸਾਡਾ ਜਿਹੜਾ ਆਪਣਾ ਕੰਮ ਬਚਾਉਣ ਦਾ ਜੀ, ਸਾਡੀ ਰੋਜੀ ਰੋਟੀ ਦਾ ਮੁੱਦਾ ਜੀ। ਸਾਡੀ ਰੋਜੀ ਰੋਟੀ ਬਚ ਗਈ, ਸਾਰਿਆਂ ਦੀ ਸਾਨੂੰ ਰੋਜੀ ਰੋਟੀ ਨਾਲ ਮਸਲਾ ਹੈ। ਸਾਡੀ ਸੁਸਾਇਟੀ ਬਹਾਲ ਹੋ ਗਈ। ਪਹਿਲਾਂ ਕੇਸ ਪਿਆ ਵਾ ਸਾਡੇ ਧਰਮਵੀਰ ਜੋ ਸਾਡੇ ਵਕੀਲ ਜੀ ਆ, ਉਹਨਾਂ ਦਾ ਸਾਨੂੰ ਪੂਰਾ ਭਰੋਸਾ ਹੈ। ਸਾਨੂੰ ਰੱਬ ਵਰਗਾ ਮਾਤਾ ਰਾਣੀ ਦੇ ਮੋਹਰੇ ਉਹਨੇ ਹੱਥ ਕਰਕੇ ਸਾਨੂੰ ਜਵਾਬ ਦਿੱਤਾ ਵੀ ਮੈਂ ਤੁਹਾਡੀ ਸੁਸਾਇਟੀ ਭੰਗ ਨਹੀਂ ਹੋਣ ਦਊਂਗਾ। ਪਰ ਸਾਡੇ ਐਮਐਲਏ ਸਾਹਿਬ ਇਹਨਾਂ ਨੇ ਸਾਨੂੰ ਇਹੀ ਕਿਹਾ, ਮੈਂ ਫੋਨ ਕੀਤਾ ਸੀਐਮ ਸਾਹਿਬ ਨੂੰ, ਸੀਐਮ ਸਾਹਿਬ ਨੂੰ। ਪਰ ਜੋ ਸਾਨੂੰ ਲੱਗਦਾ ਜੇ ਵਿਚਰਨਾ ਹੋਵੇ ਉਹ ਨਹੀਂ ਤਾਂ ਸਾਨੂੰ ਇਹ ਵੀ ਕਹਿ ਸਕਦੇ ਵੀ ਭਾਈ ਮੈਂ ਭਗਵੰਤ ਮਾਨ ਨਾਲ ਮੀਟਿੰਗ ਕਰ ਰਿਹਾ, ਤੁਸੀਂ ਏਦਾਂ ਕਰੋ ਵਕੀਲ ਵੀ ਕਰ ਲਓ। ਜਿਹੜਾ ਸਵਾਲ ਦੇ ਜਵਾਬ ਦੇਣੇ ਉਹ ਸਿੱਧੇ ਢੰਗ ਨਾਲ ਵੀ ਦੇ ਸਕਦੇ, ਨਾ ਕਿ ਕਿਸੇ ਨੂੰ ਬਦਨਾਮ ਕਰਨ ਨਾਲ। ਜੇ ਕੋਈ ਗੱਲਬਾਤ ਜਿਹੜੀ ਆ ਕਰਦੇ ਵੀ ਪੀਐਸਸੀਐਲ ਤੋਂ ਉਹਨੇ ਉਹ ਕੀਤਾ, ਰਾਤ ਨੂੰ ਪੈਸੇ ਲੈਂਦੇ, ਅਸੀਂ ਕਹਿੰਦੇ ਸਬੂਤ ਪੇਸ਼ ਕਰ ਦਿਓ, ਚਾਹੇ ਕੋਈ ਮਰਜ਼ੀ ਹੋਵੇ। ਤਾਂ ਅਸੀਂ ਭਾਈ ਜੋ ਵੀ ਹੈ ਸਾਡੇ ਮੇਰੇ ਵੀਰ ਹੈ, ਕੋਈ ਵੀ ਜਿਹੜਾ ਗਲਤ ਕਰੂਗਾ ਚਾਹੇ ਮੈਂ ਹੋਵਾਂ ਉਸ 'ਚ ਸਜ਼ਾ ਭੁਗਤਣ ਲਈ ਤਿਆਰ ਹੈ। ਪਰ ਇਦਾਂ ਦਾ ਸਾਡੇ ਵਿੱਚ ਕੋਈ ਨਹੀਂ। ਸਾਨੂੰ ਲਾਲਚ ਬਹੁਤ ਆਏ, ਨਾ ਇਹਨਾਂ ਲਾਲਚਾਂ ਵਿੱਚ ਪੈਣਾ ਸੀ, ਨਾ ਸਾਨੂੰ ਚਾਹੀਦੇ। ਸਾਨੂੰ ਆਪਣੇ ਹੱਕ ਦੀ ਕਮਾਈ ਚਾਹੀਦੀ ਜੀ। मीडिया पर भी उन्होंने बोला कि उन्होंने खिलाफ खबर ला रही है जी, खुद ही आवाज उठा रहे हैं, गलत है? सच्ची आवाज उठाना हर किनों गलत लगती जी। जो मीडिया, मैं थोड़ा बहुत बहुत धन्यवाद करदा ਜਿਹੜਾ ਤੁਸੀਂ ਸਾਡੀ ਆਵਾਜ਼ ਬੁਲੰਦ ਆਵਾਜ਼ ਕਰਿਆ ਕਰਦੇ। ਸਾਨੂੰ ਤੁਸੀਂ ਬਹੁਤ ਵਧੀਆ ਤੁਸੀਂ ਸਾਡਾ ਉਹ ਕੀਤਾ, ਸਾਡੇ ਵੱਲ ਤੇ ਤੁਸੀਂ ਉਹ ਪੱਖ ਰੱਖਿਆ। ਅਸੀਂ ਪਹਿਲਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ। ਪਰ ਜਿਹੜਾ ਉਹ ਬੋਲ ਰਹੇ ਉਹ ਗਲਤ ਬੋਲ ਰਹੇ। ਆਵਾਜ਼ ਉਠਾਉਣ ਦਾ ਹਰ ਕਿਨੋਂ ਲੋਕਤੰਤਰ ਹੈ, ਲੋਕਤੰਤਰ ਵਿੱਚ ਹਰ ਕਿਨੋਂ ਅਧਿਕਾਰ ਹੈ। ਜੇ ਅਧਿਕਾਰ ਕਿਸੇ ਦਾ ਖੋਹ ਲਿਆ ਜਾਵੇ ਤਾਂ ਉਹ ਗੁਲਾਮੀ ਕਹੀ ਜਾਂਦੀ, ਲੋਕਤੰਤਰ ਨਹੀਂ ਹੈ। ਅਸੀਂ ਤੁਹਾਨੂੰ ਵੀ ਇਹ ਕਰਦੇ, ਕਿਸੇ ਨੂੰ ਉਹਨਾਂ ਨੂੰ ਬੋਲਣਾ ਨਹੀਂ ਚਾਹੀਦਾ। ਤੁਹਾਡੇ ਪ੍ਰਤੀ ਵੀ ਇਹ ਆਵਾਜ਼ ਗਲਤ ਚੱਕ ਰਹੇ, ਤੁਸੀਂ ਸੱਚ ਦੀ ਆਵਾਜ਼ ਉਠਾ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਉਹਨੇ ਜ਼ਰੂਰ ਦੱਸਿਆ, ਪਰ ਸਾਨੂੰ ਉਹਦੇ ਤੇ ਕੋਈ ਯਕੀਨ ਨਹੀਂ, ਕਿਉਂਕਿ ਉਹ ਸਾਡੀ ਜਿਹੜੀ ਬਾਹ ਨਹੀਂ ਫੜ ਰਿਹਾ। ਸਾਨੂੰ ਮਾਨਯੋਗ ਹਾਈ ਕੋਰਟ ਨੇ ਜੋ ਹੈ ਉਹ ਸਟੇ ਦਿੱਤੀ ਹੈ। ਇਹਨੂੰ ਪਤਾ ਲੱਗ ਗਿਆ ਵੀ ਸਟੇ ਆ ਗਈ ਤਾਂ ਇਹ ਸਾਡੇ ਵਿੱਚ ਆ ਗਿਆ। ਪਰ ਉਹਦੇ ਜੋ ਬੋਲਣ ਦੇ ਹੈ ਉਹ ਸਾਡਾ ਸਾਥੀ, ਉਹਦੇ ਨਾਲ ਕੋਈ ਵੀ ਸਹਿਮਤ ਨਹੀਂ। ਉਹ ਜੋ ਸਾਡੇ ਤੇ ਇਲਜ਼ਾਮ ਲਾ ਗਿਆ, ਉਹਨੇ ਕਿਹਾ ਕਿ ਜਿਹੜੇ ਪ੍ਰੈਸ ਵਾਲੇ ਹੈ ਉਹ ਇਹਨਾਂ ਨੂੰ ਗੁੰਮਰਾਹ ਕਰ ਰਹੇ ਆ ਜਾਂ ਕੁਝ ਪ੍ਰੈਸ ਵਾਲੇ ਛਾਪ ਰਹੇ ਆ। ਇਹ ਨਹੀਂ, ਸਾਡੀ ਪ੍ਰੈਸ ਵਾਲੇ ਗੱਲ ਚੱਕ ਰਹੇ ਆ ਔਰ ਉਹਨੂੰ ਚੱਕਣ ਦੀ ਜਿਹੜੀ ਹੈ ਤਕਲੀਫ ਜਿਹਦੇ ਕਰਕੇ ਦੋਸ਼ ਲਾ ਰਿਹਾ। ਦੂਜਾ ਦੋਸ਼ ਲਾ ਰਹੇ ਉਹ ਪੀਐਸਸੀਐਲ ਤੇ ਕੋਈ ਸਾਥੀ ਪੈਸੇ ਲੈਂਦਾ। ਅਸੀਂ ਉਹਨੂੰ ਕਹਿੰਦੇ ਸਰਕਾਰ ਤੇਰੀ, ਪੀਐਸਸੀਐਲ ਤੇਰੀ, ਪੁਲਿਸ ਤੇਰੀ, ਤੂੰ ਉਹਨੂੰ ਫੜਾ ਦੇ, ਬੰਦੇ ਨੂੰ ਸ਼ਰੇਆਮ ਫੜਾ ਦੇ। ਫਿਰ ਕਹਿੰਦਾ ਕੋਈ ਸ਼ਰਾਰਤੀ ਅੰਸਰ ਹੈ ਯੂਨੀਅਨ ਦੇ ਵਿੱਚ, ਵੇ ਭਾਈ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਸਾਈਡ ਨੂੰ ਹੋ ਜਾਂਦੇ ਆ, ਤੂੰ ਸਾਡੀ ਸੁਸਾਇਟੀ ਬਚਾ। ਇਹ ਸੁਸਾਇਟੀ ਬਚਾਉਣ ਲਈ ਅਸੀਂ ਘੋਲ ਆ ਜਿਹੜਾ ਜਾਰੀ ਰੱਖਾਂਗੇ। ਸਾਨੂੰ ਮੰਤਰੀ ਦੀ ਗੱਲ ਤੇ ਕੋਈ ਵੀ ਯਕੀਨ ਨਹੀਂ ਹੈਗਾ। ਮੰਤਰੀ ਸਾਡਾ ਜਿਹੜਾ ਅੱਜ ਕਾਰਪੋਰੇਟ ਘਰਾਣੇ ਆ ਮਾਲਕ ਭਾਗੋਆਂ ਨਾਲ ਖੜ ਰਿਹਾ, ਭਾਈ ਲਾਲੋਂ ਦੇ ਬਾਰਸੇ ਬੈਠੇ ਆ ਜਿਹੜੇ ਕਿਰਤ ਕਰਦੇ ਆ। ਮੈਂ ਹੈਰਾਨ ਹੈ ਕਿ ਜਿਹੜਾ ਉਹ ਇਹਨਾਂ ਇਕੱਠਾਂ ਦੇ ਵਿੱਚ ਆ ਕੇ ਵਾਅਦੇ ਕਰਦਾ ਸੀ ਕਿ ਲੋਕੋ ਮੈਂ ਤੁਹਾਡੇ ਨਾਲ ਖੜਾ, ਅੱਜ ਉਹ ਲੋਕਾਂ ਨਾਲ ਨਹੀਂ ਖੜ ਰਿਹਾ। ਅਸੀਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਜੋ ਕੁਝ ਕੱਲ ਕਹਿ ਗਿਆ ਅਸੀਂ ਤੈਨੂੰ ਜਵਾਬ ਵੀ ਦੇ ਸਕਦੇ ਆ। ਤੂੰ ਸਿਆਣਾ ਬਣ, ਤੈ ਇਲਜ਼ਾਮ ਕਿਸੇ ਦੇ ਲਾਣੇ, ਆਪਣੀ ਪਾਰਟੀ ਦੀ ਸਟੇਜ ਲਾ। ਤੂੰ ਸਾਡੇ ਧਰਨੇ ਜਾ ਕੇ ਸਾਨੂੰ ਹੀ ਸਾਡੇ ਸਾਥੀਆਂ ਦੇ ਦੋਸ਼ ਲਾ ਰਿਹਾ ਤੇ ਤੈਨੂੰ ਚੈਲੰਜ ਹੈ, ਜਿਹੜੇ ਤੈ ਦੋਸ਼ ਲਾਏ ਆ ਤੂੰ ਉਹ ਸਾਬਤ ਕਰ ਦੇ। ਅਸੀਂ ਤੈਨੂੰ ਨਹੀਂ ਤਾਂ ਫਿਰ ਅਸੀਂ ਤੈਨੂੰ ਸਾਬਤ ਕਰਕੇ ਦੱਸਾਂਗੇ ਕਿ ਅੱਜ ਜਾ ਕੇ ਦੇਖ ਰਾਤ ਨੂੰ ਕਿੱਦਾਂ ਮਾਈਨਿੰਗ ਹੋ ਰਹੀ ਹੈ, ਉਹ ਕਾਨੂੰਨੀ ਹੋ ਰਹੀ ਕਿ ਗੈਰ ਕਾਨੂੰਨੀ ਹੋ ਰਹੀ। ਤੂੰ ਇਲਜ਼ਾਮ ਲਾ ਰਿਹਾ ਕਿ ਮੈਂ ਰੇਤਾ ਸਸਤਾ ਕਰ ਦੇਣਾ। ਅੱਜ 4200 ਦੀ ਟਰਾਲੀ ਜਿਹੜੀ ਹੈ ਕਰੈਕਸ਼ਰ ਪਰ ਹੈ,
ਅੱਜ 4200 ਦੀ ਬਜਰੀ ਦੀ ਟਰਾਲੀ 3500 ਦੀ ਕ੍ਰੈਸ਼ਰਾਂ ਪਰ ਹੈ ਤੇ ਹਜ਼ਾਰਾਂ ਜਿਹੜਾ ਕ੍ਰੈਸ਼ਰਾਂ ਦਾ ਜਿਹੜੀ ਲੁੱਟ ਹੈ ਸਾਡੀ ਉਹ ਕਰ ਰਹੇ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਉਸੇ ਤਰ੍ਹਾਂ ਜਾਰੀ ਹੈ। ਚਿੱਟਾ ਉਸੇ ਤਰ੍ਹਾਂ ਇਲਾਕੇ ਦੇ ਅੰਦਰ ਜਾਰੀ ਹੈ। ਲੋਕਾਂ ਦੇ ਪੁੱਤ ਹੈ ਜਿਹੜੇ ਉਹ ਨਸ਼ੇ ਦੇ ਆਦੀ ਹੋ ਗਏ ਔਰ ਉਹਨਾਂ ਨੂੰ ਜਿਹੜਾ ਮੈਡੀਕਲ ਸਹੂਲਤਾਂ ਲਈ ਉਹ ਜਿਹੜੇ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਹੈ। ਚਿੱਟਾ ਸਾਡੇ ਇਲਾਕੇ 'ਚ ਐਨ ਮਿਲ ਰਿਹਾ ਸਾਰਿਆਂ ਨੂੰ, ਸੋ ਸਾਨੂੰ ਉਹਤੇ ਕੋਈ ਯਕੀਨ ਨਹੀਂ ਹੈਗਾ। ਹੁਣ ਸੰਘਰਸ਼ ਤੁਹਾਡਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ? ਸੰਘਰਸ਼ ਸਾਡਾ ਆਖਰੀ ਦਮ ਤੱਕ। ਇਹ ਸਾਰੇ ਵੀਰਾਂ ਨੇ ਕੱਲੇ ਹੀ ਫੈਸਲਾ ਕਰ ਲਿਆ ਕਿ ਅਸੀਂ ਦਰੀਆਂ ਨਹੀਂ ਚੱਕਣੀਆਂ ਜਦੋਂ ਤੱਕ ਸਾਨੂੰ ਸਹਿਕਾਰਤਾ ਵਿਭਾਗ ਦੀ ਪੰਜਾਬ ਸਰਕਾਰ ਦੀ ਇਹ ਚਿੱਠੀ ਨਹੀਂ ਆ ਜਾਂਦੀ ਕਿ ਸੋਸਾਇਟੀਆਂ ਤੋੜਨ ਦਾ ਅਸੀਂ ਫੈਸਲਾ ਵਾਪਸ ਲੈ ਲਿਆ, ਤੇ ਉਦੋਂ ਤੱਕ ਜਿਹੜਾ ਸੰਘਰਸ਼ ਹੈ ਜਾਰੀ ਰਹੇਗਾ।